ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹਠ ਗੌਲੀ ਪਾਈ ਆਨਾ, ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹਠ ਗੌਲੀ ਪਾਈ ਆਨਾ, ਵਿਸਰਿਆ ਗੁਣ ਤਾਸ। ਮਤ ਜਾਣੋ ਜਗ ਜੀਵਦਾ, ਦੂਜੈ ਭਾਏ ਮੁਆਸ। ਜਿਨਿ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨ ਮਿਲਨੀ ਪਾਸ। ਦੁਖ ਲਾਗਾ ਬਹੁ ਅਤ ਕਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ। ਮਨ ਮੁਖਾਂ ਨੋ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਮਨ ਮੁਖਾਂ ਨੋ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਬਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏਮਾਨ ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਤੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਵਿੱਚ ਬਚਨ ਵਰਤਿਆ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਮਹਾਰਾਜ ਕਹਿਣ ਲੱਗੇ ਸਭ ਉੱਤਮ ਕਰਮਾਂ ਦੇ ਵਿੱਚੋਂ
ਸਭ ਤੋਂ ਜਿਹੜਾ ਉੱਤਮ ਕਰਮ ਹੈ ਉਹ ਗੁਰੂ ਦੀ ਸੰਗਤ ਵਿੱਚ ਬਹਿਣਾ, ਪਰਮੇਸ਼ਵਰ ਦੀ ਸਿਫਤ ਵਿੱਚ ਜੁੜ ਜਾਣਾ। ਪਰ ਇਹਦੀ ਪ੍ਰਾਪਤੀ ਜਿਹਦੇ ਮਸਤਕ ਦਾ ਭਾਗ ਚੰਗਾ ਹੈ, ਜਿਹਦੇ ਕਰਮ ਚੰਗੇ ਨੇ, ਉਹਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਆ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਮਹਾਰਾਜ ਆਖਦੇ ਬਾਬਾ ਜੈ ਕਰ ਕਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਜਿਸ ਘਰ ਵਿੱਚ ਪ੍ਰਮਾਤਮਾ ਦੀ ਕੀਰਤੀ ਹੈ, ਸਿਫਤ ਸਲਾਹ ਹੈ, ਤੂੰ ਉਸ ਘਰ ਨੂੰ ਸੰਭਾਲਿਆ ਕਰ, ਇਸੇ ਵਿੱਚ ਹੀ ਤੇਰੀ ਭਲਾਈ ਹੈ। ਆਓ ਗੁਰੂ ਚਰਨਾਂ ਵਿੱਚ ਬੈਠੇ ਹੋ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ ਪੂਰੀ ਮਨੁੱਖਤਾ ਦੇ ਭਲੇ ਲਈ ਉਚਾਰਨ ਕੀਤਾ ਹੈ, ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 643 ਅੰਗ ਤੇ ਸੁਸ਼ੋਭਿਤ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੀ ਰਾਗ ਸੋਰਠ ਦੇ ਅੰਦਰ ਉਚਾਰਨ ਕੀਤੀ ਵਾਰ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 2 ਸ਼ਲੋਕ ਦਰਜ ਕੀਤੇ ਨੇ। ਆਓ ਇੱਕ ਵਾਰ ਆਪ ਜੀ ਇਕਾਗਰਤਾ ਬਖਸ਼ਦਿਆਂ ਵਿਚਾਰ ਆਰੰਭਣ ਤੋਂ ਪਹਿਲਾਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਆਰੰਭਲਾ ਬਚਨ ਵਰਤਦੇ ਆ, ਕਹਿਣ ਲੱਗੇ ਪੂਰਬ ਲਿਖਿਆ ਕਮਾਵਣਾ। ਪੂਰਬ ਦਾ ਅਰਥ ਜੋ ਪਿਛਲੇ ਜਨਮਾਂ ਦੇ ਅੰਦਰ ਸਾਡੇ ਕੀਤੇ ਹੋਏ ਕਰਮਾਂ ਦੇ ਸੰਸਕਾਰ ਨੇ। ਮਹਾਰਾਜ ਕਹਿੰਦੇ ਉਹਦੇ ਮੁਤਾਬਕ ਜੋ ਪ੍ਰਮਾਤਮਾ ਨੇ ਲਿਖਿਆ ਹੈ, ਜੇ ਕਰਤਾ ਹੈ ਆਪ ਲਿਖਿਆਸ, ਉਹ ਕਰਮ ਮਨੁੱਖ ਨੂੰ ਭੋਗਣੇ ਪੈਂਦੇ ਆ। ਇਹਨੂੰ ਥੋੜਾ ਜ਼ਰੂਰ ਧਿਆਨ ਨਾਲ ਸੁਣੋ। ਜੋ ਅਸੀਂ ਪਿਛਲੇ ਜਨਮਾਂ ਦੇ ਅੰਦਰ ਕਰਮ ਕੀਤੇ ਨੇ, ਉਹ ਸਾਡੇ ਸੰਸਕਾਰ ਬਣੇ, ਉਹ ਸਾਡਾ ਲੇਖ ਬਣਿਆ। ਤੇ ਗੁਰੂ ਅਮਰਦਾਸ ਮਹਾਰਾਜ ਆਖਦੇ ਆ, ਭਾਈ ਰੱਬ ਵੱਲੋਂ ਇਹ ਲਿਖੇ ਹੋਏ ਲੇਖ ਪੂਰਬਲੇ ਕਰਮਾਂ ਦੇ ਉਹ ਜੀਵ ਨੂੰ ਭੋਗਣੇ ਪੈਂਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀਏ, ਕਰਮ ਤੇ ਹਜੂਰ ਨੇ ਬੜਾ ਜ਼ੋਰ ਦਿੱਤਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵਰਤਿਆ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਇਹਦਾ ਅਰਥ ਹੈ, ਕਹਿਣ ਲੱਗੇ ਹੇ ਭਾਈ, ਹੇ ਤੂੰ ਕਿਸੇ ਨੂੰ ਕਿਉਂ ਨਿੰਦੀ ਜਾਨੀ ਆ, ਕਿਸੇ ਨੂੰ ਨਿੰਦ ਨਾ। ਸੱਚ ਇਹ ਬੇ ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਤੂੰ ਪਾਪ ਕਰਮ ਕੀਤੇ, ਭਲੇ ਕਰਮ ਕੀਤੇ, ਜਿਹਦੀ ਬਦੌਲਤ ਅੱਜ ਤੇਰੀ ਝੋਲੀ ਵਿੱਚ ਦੁੱਖ ਸੁੱਖ ਪੈਂਦਾ ਪਿਆ, ਇਹ ਤੇਰੇ ਆਪਣੇ ਕੀਤੇ ਹੋਏ ਕਰਮ ਨੇ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਨੇ ਕਿਹਾ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਉਂਝ ਗੁਰਮਤਿ 3 ਗੱਲਾਂ ਨੂੰ ਬਹੁਤ ਖਾਸ ਕਰਕੇ ਕਹਿੰਦੀ ਆ। ਪਹਿਲੀ ਗੱਲ, ਮਨੁੱਖ ਨੇ ਕਰਮ ਜ਼ਰੂਰ ਕਰਨੇ ਨੇ, ਕਰਮ ਪ੍ਰਧਾਨ ਹੈ। ਦੂਸਰੀ ਗੱਲ, ਕਰਮ ਕੀ ਕਰਨਾ ਹੈ, ਕੀ ਨਹੀਂ ਕਰਨਾ ਚਾਹੀਦਾ, ਸਤਿਗੁਰੂ ਉਪਦੇਸ਼ ਦਿੰਦੇ ਆ। ਤੇ ਤੀਸਰੀ ਗੱਲ, ਗੁਰੂ ਕਿਰਪਾ ਕਰੇ ਕਦੀ ਧਰਮ ਦਾ ਕਰਮ ਮਨੁੱਖ ਨੇ ਕਰਮੀ ਹੋ ਕੇ ਕਰ ਲਵੇ, ਨਿਸ਼ਕਾਮ ਹੋ ਕੇ ਕਰ ਲਵੇ। ਪਹਿਲੀ ਗੱਲ, ਇਹਨੇ ਕਰਮ ਜ਼ਰੂਰ ਕਰਨਾ ਹੈ। ਦੂਸਰੀ ਗੱਲ, ਸਤਿਗੁਰੂ ਨੇ ਕਿਹਾ ਕਰਮ ਕਿਹੜਾ ਕਰਨਾ, ਕਿਹੜਾ ਨਹੀਂ ਕਰਨਾ। ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਵੀ ਵਰਤੇ ਆ, ਕਹਿਣ ਲੱਗੇ ਤੂੰ ਕਰਮਾਂ ਕਰਕੇ ਪਰਮਾਤਮਾ ਦੇ ਚੰਗੇ ਕਰਮ ਕਰੇਗਾ, ਉਹਦੇ ਨੇੜੇ ਹੋ ਜਾਏਗਾ। ਮੰਦ ਕਰਮ ਕਰੇਗਾ, ਤੂੰ ਕਰਮਾਂ ਕਰਕੇ ਵਿਛੜ ਜਾਏਗਾ। ਮਹਾਰਾਜ ਨੇ ਕਿਹਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦੇ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਇਹਦਾ ਮਤਲਬ ਆਪਣੇ ਕੀਤੇ ਕਰਮਾਂ ਕਰਕੇ ਤੂੰ ਨੇੜੇ ਹੈ, ਆਪਣੇ ਕੀਤੇ ਕਰਮਾਂ ਕਰਕੇ ਪਰਮੇਸ਼ਵਰ ਤੋਂ ਦੂਰ ਹੁੰਦਾ। ਪਰ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ ਜਿਹੜਾ ਕਰਮ ਤੂੰ ਬੀਜੇਗਾ ਉਹ ਤੈਨੂੰ ਵੱਢਣਾ ਜ਼ਰੂਰ ਪਏਗਾ। ਤਾਂ ਹੀ ਬਾਬੇ ਫਰੀਦ ਸਾਹਿਬ ਨੇ ਇਹ ਬਚਨ ਵਰਤੇ, ਕਹਿਣ ਲੱਗੇ ਫਰੀਦਾ ਲੋੜੈ ਦਾਕ ਬਿਜੌਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ
ਪਟ ਹੈ ਕਰਮਾਂ ਦੀ ਗੱਲ। ਕਹਿਣ ਲੱਗੇ ਕੋਈ ਬੰਦਾ ਕਿੱਕਰ ਦੇ ਬੀਜ ਪਾਏ ਤੇ ਕਿਨਾਰੇ ਤੇ ਬੈਠ ਕੇ ਕਹੇ ਮੈਨੂੰ ਬਜੌਰ ਦੀਆਂ ਦਾਖਾਂ ਮਿਲ ਜਾਣ, ਕਹਿਣ ਲੱਗੇ ਕਦੀ ਨਹੀਂ ਮਿਲਦੀਆਂ। ਕੋਈ ਉੱਨ ਕੱਤੀ ਜਾਏ ਤੇ ਕਹੇ ਮੈਨੂੰ ਰੇਸ਼ਮ ਕੱਪੜਾ ਮਿਲ ਜਾਏ, ਕਹਿਣ ਲੱਗੇ ਰੇਸ਼ਮ ਕੱਪੜਾ ਕਦੀ ਨਹੀਂ ਮਿਲਦਾ। ਜੇ ਉੱਨ ਕੱਤੀਏ ਉੱਨ ਦਾ ਕੱਪੜਾ ਪ੍ਰਾਪਤ ਹੋਣਾ ਹੈ। ਇਹ ਗੁਰੂ ਨੇ ਤਾਂ ਕਿਹਾ। ਕਹਿਣ ਲੱਗੇ ਬੰਦੇ ਚੰਗੇ ਕਰਮ ਕਰੇਗਾ ਫਲ ਚੰਗਾ ਮਿਲਣਾ ਹੈ, ਮੰਦ ਕਰਮ ਕਰਕੇ ਫਲ ਚੰਗਾ ਭਾਲੇ ਕਦੀ ਨਹੀਂ ਮਿਲੇਗਾ। ਇਹਨੂੰ ਮਹਾਰਾਜ ਇੱਥੇ ਬਾਣੀ ਵਿੱਚ ਕਹਿ ਰਿਹਾ, ਕਹਿੰਦੇ ਪੂਰਬ ਲਿਖਿਆ ਕਮਾਵ ਨਾ, ਜੇ ਕਰਤੈ ਆਪ ਲਿਖਿਆਸ। ਪੂਰਬਲਾ ਕੀਤਾ ਕਰਮ ਭੋਗਣਾ ਪੈਂਦਾ ਹੈ। ਜੋ ਪਰਮੇਸ਼ਵਰ ਵਾਹਿਗੁਰੂ ਨੇ ਤੇਰੇ ਮਸਤਕ ਤੇ ਤੇਰੇ ਕਰਮ ਦੇ ਅੰਦਰ ਪਿਛਲੇ ਸੰਸਕਾਰਾਂ ਮੁਤਾਬਕ ਲਿਖਿਆ ਹੈ। ਮੋਹ ਠਗੌਲੀ ਪਾਈਆ ਨਾ, ਵਿਸਰਿਆ ਗੁਣ ਤਾਸ। ਸਤਿਗੁਰੂ ਨੇ ਨਾਲ ਹੀ ਗੁਰੂ ਅਮਰਦਾਸ ਜੀ ਨੇ ਸਮਝਾਉਂਦਿਆਂ ਕਿਹਾ, ਕਹਿਣ ਲੱਗੇ ਮੋਹ ਦੀ ਇੱਕ ਐਸੀ ਠਗੌਲੀ ਹੈ। ਠਗੌਲੀ ਦਾ ਸੌਖਾ ਜਿਹਾ ਅਰਥ ਕਰ ਲੋ ਠਗਣ ਵਾਲੀ। ਮੋਹ ਮਮਤਾ ਐਸੀ ਠਗਣ ਵਾਲੀ ਹੈ ਜਿਹੜੀ ਤੈਨੂੰ ਗੁਨਾਹ ਦਾ ਖਜ਼ਾਨਾ ਉਹ ਪਰਮਾਤਮਾ ਤੇਰੀ ਸੁਰਤ ਵਿੱਚੋਂ ਭੁਲਾ ਦਿੰਦੀ ਆ। ਗੁਰੂ ਗ੍ਰੰਥ ਸਾਹਿਬ ਦੀ ਆਪ ਜੀ ਬਾਣੀ ਪੜੋ ਤੇ ਗੁਰੂ ਅਮਰਦਾਸ ਜੀ ਨੇ ਬਚਨ ਆਖੇ, ਕਹਿਣ ਲੱਗੇ ਦੂਰ ਨਾ ਜਾਓ ਇਹ ਤੇ ਮੋਹ ਦੀ ਠਕੌਲੀ ਜਨਮ ਤੋਂ ਵੇਲੇ ਹੀ ਤੇਰੇ ਨਾਲ ਆਰੰਭ ਹੋ ਜਾਂਦੀ ਆ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਸੱਚ ਇਹ ਹੈ ਕਿ ਉੱਥੇ ਬੱਚੇ ਦੀ ਪ੍ਰੀਤ ਮਾਂ ਬਾਪ ਨਾਲ ਹੈ ਤੇ ਮਾਂ ਬਾਪ ਦੀ ਸਾਕ ਸੰਬੰਧੀਆਂ ਦਾ ਨੇ ਪਿਆਰ ਮੋਹ ਮਮਤਾ ਉਹ ਬੱਚੇ ਨਾਲ ਪੈ ਜਾਂਦੀ ਆ। ਪਰ ਸਤਿਗੁਰੂ ਨੇ ਕਿਹਾ ਇਹ ਬਾਹਰੀ ਤੌਰ ਤੇ ਆਪਾਂ ਕਦੀ ਦੇਖਦੇ ਨਹੀਂ, ਅਸਲ ਵਿੱਚ ਇਹ ਮੋਹ ਦੀ ਠਗੌਲੀ ਜਨਮ ਸਾਰ ਘੇਰਦੀ ਆ। ਬਾਣੀ ਵਿੱਚ ਬਚਨ ਆਇਆ, ਜਾਤ ਛਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਅੱਗੇ ਬਚਨ ਵਰਤਿਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਮਹਾਰਾਜ ਕਹਿਣ ਲੱਗੇ ਅੰਦਰ ਮੋਹ ਪੈਦਾ ਹੋ ਜਾਏ, ਉਹ ਫਿਰ ਪਰਮੇਸ਼ਵਰ ਦੇ ਨਾਮ ਨਾਲੋਂ ਲਿਵ ਤੋੜ ਕੇ ਤੇ ਦੂਸਰੇ ਪਾਸੇ ਤੋੜ ਦਿੰਦੀ ਆ। ਤਾਂ ਸਤਿਗੁਰੂ ਮਹਾਰਾਜ ਨੇ ਇੱਥੇ ਬਚਨ ਵਰਤੇ, ਕਹਿਣ ਲੱਗੇ ਭਾਈ ਮੋਹ ਦੀ ਠਗੌਲੀ ਤੈਨੂੰ ਗੁਨਾਹ ਦਾ ਖਜ਼ਾਨਾ ਪਰਮਾਤਮਾ ਭੁਲਾ ਦਿੰਦੀ ਆ। ਮਤ ਜਾਣੋ ਜਗ ਜੀਵ ਦਾ, ਦੂਜੈ ਭਾਏ ਮੁਆਸ। ਪਰ ਨਾਲ ਹੀ ਬਚਨ ਵਰਤਿਆ, ਕਹਿਣ ਲੱਗੇ ਮਤ ਜਾਣੋ ਜਗ ਜੀਵ ਦਾ, ਕਹਿਣ ਲੱਗੇ ਦੂਜੈ ਭਾਏ ਮੁਆਸ। ਜਿਹੜਾ ਗੁਰੂ ਪਰਮੇਸ਼ਵਰ ਦੇ ਨਾਮ ਨੂੰ ਛੱਡ ਕੇ ਮੋਹ ਦੀ ਮਮਤਾ ਦੀ ਤ੍ਰਿਸ਼ਨਾ ਦੀ ਠਗੌਲੀ ਵਿੱਚ ਪੈਂਦਾ ਹੈ, ਮਤਾ ਸੋਚੋ ਉਹ ਜਿਉਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਆਖਦੇ ਆ ਉਹ ਆਤਮਿਕ ਤੌਰ ਤੇ ਮਾਨੋ ਮਰ ਜਾਂਦਾ ਹੈ। ਸਤਿਗੁਰੂ ਦੀ ਬਾਣੀ ਪੜੋ। ਇੱਕ ਥਾਂ ਗੁਰੂ ਅਰਜਨ ਸਾਹਿਬ ਨੇ 5 ਗੱਲਾਂ ਗਨਾਈਆਂ, 5 ਚੀਜ਼ਾਂ ਦੀ ਗਿਣਤੀ ਕੀਤੀ। ਪਹਿਲਾਂ ਸਤਿਗੁਰੂ ਕਹਿੰਦੇ ਜੇ ਤੂੰ ਅਤ ਦਾ ਸੁੰਦਰ ਹੋਵੇਂ, ਜੇ ਤੇਰੀ ਸੁਰਤ ਨਾਮ ਵਿੱਚ ਨਹੀਂ ਤੂੰ ਮੁਰਦਾ ਹੈ। ਮਹਾਰਾਜ ਕਹਿੰਦੇ ਜੇ ਤੂੰ ਅਤ ਦਾ ਸੁੰਦਰ ਹੋਵੇਂ, ਆਪਣੇ ਆਪ ਨੂੰ ਉੱਚੀ ਕੁੱਲ ਦਾ ਕਹਾਉਂਦਾ ਹੋਵੇਂ, ਚਲਾਕ ਬਹੁਤ ਹੋਵੇਂ, ਤੇ ਚੌਥਾ ਬਚਨ ਵਰਤਿਆ ਤੂੰ ਵਿਦਵਾਨ ਬੜਾ ਹੋਵੇਂ, ਪੰਜਵਾਂ ਬਚਨ ਵਰਤਿਆ ਤੇਰੇ ਵਰਗਾ ਧਨਾੜ ਵੀ ਕੋਈ ਨਾ ਹੋਵੇ। ਇਹ 5 ਚੀਜ਼ਾਂ ਤੇਰੇ ਕੋਲ ਹੋਣ, ਪਰ ਇਹ ਗੱਲ ਚੇਤਾ ਰੱਖੀ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਜੇ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਨਹੀਂ, ਸਤਿਗੁਰੂ ਕਹਿਣ ਲੱਗੇ ਦੂਜੇ ਭਾਏ ਮੁਆਸ, ਫਿਰ ਤੂੰ ਸੱਚ ਜਣ ਜਿਉਂਦਾ ਨਹੀਂ, ਤੂੰ ਆਤਮਿਕ ਤੌਰ ਤੇ ਮਰਿਆ ਹੈ। ਬਾਬੇ ਫਰੀਦ ਸਾਹਿਬ ਨੇ ਵੀ ਇਹਨੂੰ ਬਾਣੀ ਵਿੱਚ ਕਿਹਾ, ਕਹਿਣ ਲੱਗੇ ਫਰੀਦਾ ਪਿਛਲ ਰਾਤ ਨਾ ਜਾਗੇ ਹੋਏ, ਜੀਵ ਦੜੋ ਮੋਏ ਹੋਇਓ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਜੇ ਅੰਮ੍ਰਿਤ ਵੇਲੇ ਉੱਠ ਕੇ ਤੂੰ ਰੱਬ ਦੀ ਇਬਾਦਤ ਵਿੱਚ ਜੁੜਦਾ ਨਹੀਂ, ਸੱਚ ਜਾਣ ਤੂੰ ਜਿਉਂਦਾ ਨਹੀਂ, ਅਸਲ ਵਿੱਚ ਤੂੰ ਅੰਦਰੋਂ ਆਤਮਿਕ ਤੌਰ ਤੇ ਮਾਇਆ ਵਿੱਚ ਪੈ ਕੇ ਮਰ ਚੁੱਕਿਆ ਹੈ। ਇਹਨੂੰ ਗੁਰੂ ਅਰਜਨ ਸਾਹਿਬ ਨੇ ਵੀ ਕਿਹਾ, ਕਹਿਣ ਲੱਗੇ ਸੋ ਮੂਆ ਜਿਸ ਮਨੋਂ ਵਿਸਾਰੈ ਉਹ ਮੁਰਦਾ ਹੈ। ਜਿਹੜਾ ਮਹਾਰਾਜ ਕਹਿਣ ਲੱਗੇ ਆਪਣੇ ਅੰਦਰੋਂ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਦਿੰਦਾ ਹੈ। ਉਂਝ ਮੈਂ ਆਪ ਜੀ ਨੂੰ ਬੇਨਤੀ ਕਰਾਂ, ਮੌਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 3 ਤਰ੍ਹਾਂ ਦੀ ਮੌਤ ਮੰਨਦੀ ਆ। ਆਪਾਂ ਤੇ ਇੱਕ ਮੰਨਦੇ ਹਾਂ ਜੀ ਸਵਾਸਾਂ ਦੀ ਲੜੀ ਟੁੱਟ ਜਾਏ, ਖੂਨ ਦਾ ਦੌਰਾ ਬੰਦ ਹੋਇਆ, ਆਪਾਂ ਆਖਨੇ ਪ੍ਰਾਣੀ ਚੜਾਈ ਕਰ ਗਿਆ। ਮਹਾਰਾਜ ਇੱਕ ਤੇ ਇਹ ਕਹਿੰਦੇ ਆ ਵੀ ਹਾਂ ਜਿਹਦੀ ਸਵਾਸਾਂ ਦੀ ਲੜੀ ਟੁੱਟ ਗਈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ।
ਮਹਾਰਾਜ ਨੇ ਇੱਕ ਤੇ ਮੌਤ ਇਹਨੂੰ ਗਿਣਿਆ, ਤੇ ਪਰ ਦੂਸਰੀ ਮੌਤ ਮਹਾਰਾਜ ਨੇ ਕਿਹਾ ਜਿਹੜਾ ਆਤਮਿਕ ਤੌਰ ਤੇ ਅੰਦਰੋਂ ਨਾਮ ਨੂੰ ਭੁਲਾਉਂਦਾ ਹੈ, ਸੱਚ ਜਾਣੋ ਉਹ ਜਿਉਂਦਿਆਂ ਵਿੱਚ ਨਹੀਂ, ਉਹ ਵੀ ਮੁਰਦਿਆਂ ਵਿੱਚ ਹੈ। ਸੋ ਮੂਆ ਜਿਸ ਮਨੋਂ ਵਿਸਾਰੈ। ਤੇ ਤੀਸਰੀ ਇੱਕ ਮੌਤ ਮਹਾਰਾਜ ਨੇ ਹੋਰ ਵੀ ਕਹੀ, ਉਹ ਬਾਬੇ ਕਬੀਰ ਸਾਹਿਬ ਨੇ ਬਚਨ ਕਿਹਾ ਜੀ, ਕਹਿ ਲੱਗੇ ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੇ ਨਾ ਜਾਣਿਆ ਕੋਈ। ਸੰਸਾਰ ਮਰਦਾ ਪਿਆ ਪਰ ਕਿਸੇ ਨੂੰ ਮਰਨਾ ਨਹੀਂ ਆਇਆ। ਤੇ ਪੁੱਛੋ ਮਹਾਰਾਜ ਮਰਨ ਦਾ ਵੀ ਕੋਈ ਢੰਗ ਹੈ? ਸੱਚ ਇਹ ਹੈ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਦੋਂ ਕੋਈ ਸਿੱਖ ਆਉਂਦਾ ਹੈ, ਗੁਰੂ ਨਾਨਕ ਸਾਹਿਬ ਦਾ ਦਰ ਆਖਦਾ ਮੈਂ ਤੈਨੂੰ ਜਿਉਣ ਦੀ ਵੀ ਜਾਂਚ ਦੱਸਣਾ, ਤੈਨੂੰ ਮਰਨ ਦੀ ਵੀ ਜਾਂਚ ਦੱਸਣਾ। ਤੇ ਪੁੱਛੋ ਮਹਾਰਾਜ ਫਿਰ ਮਰੀ ਦਾ ਕਿਵੇਂ ਹੈ? ਬਾਬਾ ਸਾਹਿਬ ਕਹਿੰਦੇ ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੇ ਨਾ ਜਾਣਿਆ ਕੋਏ। ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਇੱਕ ਵਾਰ ਤੂੰ ਗੁਰੂ ਦਾ ਸ਼ਬਦ ਦਾ ਪੱਲਾ ਪਕੜ ਕੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਮਰ, ਪਰਤ ਪਰਤ ਕੇ ਜੰਮਨ ਮਰਨ ਤੋਂ ਤੇਰਾ ਖੇੜਾ ਛੁੱਟ ਜਾਣਾ। ਜਿਹਨੂੰ ਮਹਾਰਾਜ ਨੇ ਕਿਹਾ ਬਾਣੀ ਅੰਦਰ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇੱਥੇ ਬਚਨ ਵਰਤਿਆ ਗੁਰੂ ਅਮਰਦਾਸ ਮਹਾਰਾਜ ਨੇ, ਕਹਿੰਦੇ ਮਤ ਜਾਣੋ ਜਗ ਜੀਵ ਦਾ ਦੂਜੇ ਪਾਏ ਮਿਆਸ। ਜਿਹੜਾ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਵਿਕਾਰਾਂ ਵਿੱਚ ਮਾਇਆ ਮਮਤਾ ਵਿੱਚ ਪਿਆ ਹੈ, ਸਤਿਗੁਰੂ ਕਹਿਣ ਲੱਗੇ ਉਹ ਜਾਗਦਾ ਨਹੀਂ, ਸੱਚ ਜਾਣੋ ਅੰਦਰੋਂ ਮਰ ਚੁੱਕਾ ਹੈ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ। ਇੱਥੇ ਇਹਨਾਂ ਦੀ ਇੱਕ ਧੀਰ ਗੋਤ ਵਿੱਚੋਂ ਖੱਤਰੀ ਪਰਿਵਾਰ ਵਿੱਚੋਂ ਰਹਿਣ ਵਾਲਾ ਭਾਈ ਮਹੇਸ਼ਾ ਸ਼ਾਹੂਕਾਰ ਸੀ। ਇਤਿਹਾਸ ਵਿੱਚ ਆਉਂਦਾ ਇਹ ਮਹੇਸ਼ਾ ਸ਼ਾਹੂਕਾਰ ਮਾਇਆ ਦਾ ਬੜਾ ਧਨੀ ਸੀ, ਪਦਾਰਥ ਬਹੁਤ ਸੀ, ਸ਼ਾਹੂਕਾਰਾ ਕਰਦਾ ਸੀ। ਤੇ ਸਾਚੇ ਵਿੱਚ ਧਰਮ ਨਾਮ ਤੋਂ ਟੁੱਟ ਕੇ ਕਈ ਵਾਰੀ ਆਪਣੇ ਜੀਵਨ ਦੇ ਅੰਦਰ ਮੋਹ ਮਮਤਾ ਵਿੱਚ ਇੰਨਾ ਫਸ ਜਾਂਦਾ ਸੀ, ਕਈ ਨਾਲ ਬਾਦ ਘਾਟ ਵੀ ਕਰ ਜਾਂਦਾ ਸੀ। ਬੰਦਾ ਕਰ ਜਾਂਦਾ ਸਾਚੇ ਵੀ ਜਦੋਂ ਧਰਮ ਨਾਮ ਤੋਂ ਟੁੱਟਿਆ ਹੋਵੇ। ਤੇ ਇਹਦੇ ਮਨ ਵਿੱਚ ਨਾ ਜੀ ਇੱਕ ਖਿਆਲ ਕਈ ਵਾਰੀ ਖਟਕਣਾ, ਇੱਕ ਖਿਆਲ ਨੇ ਪਣਪਣਾ ਵੀ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ ਸੁਲਤਾਨਪੁਰ ਸਾਹਿਬ। ਇਹ ਧਰਤੀ ਤੋਂ ਤੇ ਗੁਰੂ ਨੇ ਸੱਚ ਦਾ ਉਪਦੇਸ਼ ਦਿੱਤਾ। ਔਗਨਾਂ ਨਾਲ ਭਰਿਆ ਨੂੰ, ਵਿਕਾਰਾਂ ਵਿੱਚ ਗ੍ਰਸਿਆ ਨੂੰ, ਦੁਨਿਆਵੀ ਤੌਰ ਤੇ ਮੋਹ ਮਾਇਆ ਮਮਤਾ ਵਿੱਚ ਫਸਿਆ ਨੂੰ ਔਗਨਾਂ ਵਿੱਚੋਂ ਕੱਢ ਕੇ ਉਹਨੂੰ ਗੁਨਾਹ ਦੇ ਧਾਰਨੀ ਬਣਾਇਆ। ਬਣਾ ਤੂੰ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਤੇ ਰਹਿ ਕੇ ਸ਼ਾਹੂਕਾਰਾ ਕਰਦਾ ਹੈ, ਤੂੰ ਮੋਹ ਮਾਇਆ ਮਮਤਾ ਵਿੱਚ ਇੰਨਾ ਫਸਿਆ, ਤੂੰ ਰੱਬ ਦੇ ਨਾਮ ਨੂੰ ਭੁਲਾ ਛੱਡਿਆ। ਇਹਦੇ ਮਨ ਵਿੱਚ ਕਈ ਵਾਰੀ ਖਿਆਲ ਪਣਪਣਾ। ਤੇ ਕਹਿੰਦੇ ਇੱਕ ਦਿਨ ਇਹਨੇ ਹੀਆ ਕੀਤਾ, ਉਦਮ ਕਰਕੇ ਜੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਨਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਕਤ ਸੀ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਆਇਆ। ਮਹੇਸ਼ਾ ਸ਼ਾਹੂਕਾਰ ਦਰਬਾਰ ਸਜਿਆ ਮਹਾਰਾਜ ਜੀ ਦਾ, ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾਓ, ਬਖਸ਼ਿਸ਼ ਕਰੋ ਮੈਨੂੰ ਆਪਣੀ ਸਿੱਖੀ ਦੀ ਦਾਤ ਦੇ ਦਿਓ। ਅੰਤਰਜਾਮੀ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹੇਸ਼ਾ ਜੀ ਤੂੰ ਵੇ ਸ਼ਾਹੂਕਾਰ, ਤੂੰ ਮਾਣੇ ਪਦਾਰਥਾਂ ਦੇ ਸੁੱਖ, ਮਾਇਆ ਦੇ ਸੁੱਖ, ਤੇ ਸਿੱਖੀ ਕਮਾਉਣੀ ਆ ਨਾ ਜਿਹੜੀ ਬੜੀ ਸਿਦਕ ਨਾਲ ਪੈਂਦੀ ਆ। ਧਰਮ ਦੇ ਰਾਹ ਤੇ ਮਾਰੇ ਕਹਿਣ ਲੱਗੇ ਕਿਰਤ ਕਰਦਿਆਂ ਤੁਰਨਾ ਪੈਂਦਾ ਹੈ, ਕਰਤਾਰ ਚੇਤਾ ਰੱਖਣਾ ਪੈਂਦਾ ਹੈ, ਵਿਕਾਰਾਂ ਦਾ ਖੇੜਾ ਛੱਡਣਾ ਪੈਂਦਾ ਹੈ। ਇੱਥੋਂ ਤੱਕ ਕਦੀ ਵਕਤ ਬਣ ਜਾਏ ਸਿੱਖ ਤੇ ਬਾਹਰੀ ਤੌਰ ਤੇ ਜਿੰਨੀ ਮਰਜ਼ੀ ਵਿਪਤਾ ਆ ਜਾਏ, ਇਹ ਕਦੀ ਧਰਮ ਤੋਂ ਡੋਲਦਾ ਨਹੀਂ। ਵੇਖ ਲੈ ਸਿੱਖੀ ਕਮਾ ਲੇਗਾ। ਤੇ ਅੱਗੋਂ ਭਾਈ ਮਹੇਸ਼ ਸ਼ਾਹੂਕਾਰ ਨੇ ਕਿਹਾ ਮਹਾਰਾਜ ਮੈਂ ਤੇ ਸੱਚ ਜਾਣੂ ਪਹਿਲਾਂ ਹੀ ਕਲਪਿਆ ਪਿਆ, ਮਾਇਆ ਕਰਕੇ, ਮੋਹ ਮਮਤਾ ਤ੍ਰਿਸ਼ਨਾ ਕਰਕੇ, ਪਦਾਰਥਾਂ ਕਰਕੇ, ਕਿਰਪਾ ਕਰੋ ਤੁਹਾਡੀ ਰਹਿਮਤ ਹੋਏਗੀ ਮੈਂ ਸਿੱਖੀ ਨੂੰ ਪਾਲ ਲਵਾਂਗਾ। ਗੁਰੂ ਅਮਰਦਾਸ ਮਹਾਰਾਜ ਨੇ ਇਹਨੂੰ ਪਵਿੱਤਰ ਉਪਦੇਸ਼ ਦਿੱਤਾ ਜੀ, ਇਹਨੂੰ ਸਿੱਖੀ ਸਿਧਾਂਤ ਸਮਝਾਇਆ, ਪਵਿੱਤਰ ਬਚਨ ਆਖੇ ਸੇਵਾ ਤੇ ਸਿਮਰਨ ਵਿੱਚ ਲਾ ਦਿੱਤਾ। ਤੇ ਇਹਦੀ ਵਾਪਸ ਸੁਲਤਾਨਪੁਰ ਸਾਹਿਬ ਆ ਗਿਆ। ਹੁਣ ਇਹਨੇ ਉੱਚੀ ਸੁੱਚੀ ਕਿਰਤ ਸ਼ੁਰੂ ਕਰ ਲਈ, ਬੰਦਗੀ ਕਰਨੀ ਸ਼ੁਰੂ ਕਰ ਲਈ। ਕੁਝ ਸਮਾਂ ਬਤੀਤ ਹੋਇਆ, ਰੱਬ ਦੀ ਰਜ਼ਾ ਭਾਣਾ ਵਰਤਿਆ। ਜਿਹੜਾ ਸ਼ਾਹੂਕਾਰਾ ਸੀ ਨਾ ਜੀ, ਉਹ ਹੌਲੀ ਹੌਲੀ ਖਿਸਕਣਾ ਸ਼ੁਰੂ ਹੋ ਗਿਆ ਤੇ ਇਹਦੇ ਬਾਹਰੀ ਤੌਰ ਤੇ ਗਰੀਬੀ ਆ ਗਈ। ਜਿਹੜੇ ਲੋਕ ਸਲਾਮਾਂ ਕਰਦੇ ਸਨ ਤੇ ਉਹ ਲੋਕ ਜੀ ਇਹਨੂੰ ਕਈ ਤਰ੍ਹਾਂ ਦਾ ਸ਼ਬਦ ਬੋਲਣੇ, ਮਜ਼ਾਕ ਉਡਾਉਣਾ, ਇਹਦੇ ਪ੍ਰਤੀ ਹਾਸਾ ਮਖੌਲ ਕਰਨਾ। ਪਰ ਇਹਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਸਦਕਾ ਨਾ ਜੀ, ਗੁਰੂ ਨੂੰ ਚੇਤਾ ਕਰਕੇ
ਗੁਰੂ ਤੇ ਭਰੋਸਾ ਰੱਖ ਕੇ ਸਿੱਖੀ ਨੂੰ ਪਾਲਦਾ ਰਿਹਾ। ਵਕਤ ਐਸਾ ਵੀ ਬਣਿਆ, ਫਿਰ ਇਹਦੀ ਕਿਰਤ ਵਿੱਚ ਗੁਰੂ ਨੇ ਭਾਗ ਲਾਏ, ਫਿਰ ਪ੍ਰਫੁੱਲਤ ਹੋ ਗਿਆ। ਤੇ ਜਦੋਂ ਦੁਬਾਰਾ ਗੁਰੂ ਅਮਰਦਾਸ ਮਹਾਰਾਜ ਕੋਲ ਆਇਆ ਤੇ ਗੁਰੂ ਅਮਰਦਾਸ ਜੀ ਆਖਦੇ ਆ, ਕਹਿਣ ਲੱਗੇ ਮਹੇਸ਼ਾ ਜੀ ਸਿੱਖੀ ਨੂੰ ਪਾਲਦਿਆਂ ਕਿਵੇਂ ਲੱਗਿਆ? ਇਹਨੇ ਸ਼ਬਦ ਵਰਤੇ ਸਨ, ਮਹਾਰਾਜ ਤੁਹਾਡੀ ਕਿਰਪਾ ਵਰਤਦੀ ਰਹੀ। ਬਾਹਰੀ ਤੌਰ ਤੇ ਭਾਵੇਂ ਇੱਕ ਵਾਰ ਪਦਾਰਥਾਂ ਵਿੱਚ ਮਾਇਆ ਵਿੱਚ ਘਾਟਾ ਵੀ ਪਿਆ, ਪਰ ਅੰਦਰ ਦਾ ਆਨੰਦ ਨਹੀਂ ਖਿੜਿਆ। ਅੱਗੇ ਪਦਾਰਥਾਂ ਵਿੱਚ ਰਹਿ ਕੇ ਵੀ ਆਨੰਦ ਨਹੀਂ ਬਣਦਾ ਸੀ, ਅੰਦਰ ਭਟਕਣਾ ਸੀ, ਪਰ ਬਾਹਰੀ ਤੌਰ ਤੇ ਘਾਟਾ ਵੀ ਪਿਆ, ਅੰਦਰ ਆਨੰਦ ਬਣਿਆ ਰਿਹਾ। ਤੁਹਾਡੀ ਕਿਰਪਾ ਵਰਤ ਗਈ, ਅੱਜ ਫਿਰ ਭਾਗ ਲਗੇ ਨੇ। ਗੁਰੂ ਅਮਰਦਾਸ ਮਹਾਰਾਜ ਨੇ ਤਰੁੱਠ ਕੇ ਬਚਨ ਕਿਹਾ ਸੀ, ਕਹਿਣ ਲੱਗੇ ਭਾਈ ਮਹੇਸ਼ਾ ਜੀ ਤੂੰ ਸਿੱਖੀ ਸਿਦਕ ਨੂੰ ਪਾਲਿਆ ਹੈ, ਆ ਮੈਂ ਤੈਨੂੰ ਗੁਰੂ ਨਾਨਕ ਦੇ ਦਰ ਤੋਂ ਇੱਕ ਗੁਰੂ ਨਾਨਕ ਦੇ ਦਰ ਦੀ ਮੰਜੀ ਬਖਸ਼ ਦਿੰਦਾ ਵਾ। ਜਿਹੜੀ 22 ਮੰਜੀਆਂ ਮਹਾਰਾਜ ਨੇ ਬਖਸ਼ੀਆਂ ਸਨ ਨਾ ਜੀ, 22 ਮੰਜੀਆਂ ਦਾ ਭਾਵ 22 ਪ੍ਰਚਾਰਕ ਥਾਪੇ ਸਨ, ਬਖਸ਼ਿਸ਼ ਦੇ ਕੇ ਥਾਪੇ ਸਨ ਆਪਣੀ। ਉਹਨਾਂ 22 ਮੰਜੀਆਂ ਵਿੱਚੋਂ ਇੱਕ ਸੁਲਤਾਨਪੁਰ ਸਾਹਿਬ ਦੀ ਧਰਤੀ ਦਾ ਰਹਿਣ ਵਾਲਾ ਭਾਈ ਮਹੇਸ਼ਾ ਸ਼ਾਹੂਕਾਰ ਸੀ, ਜਿਹਨੂੰ ਮਹਾਰਾਜ ਨੇ ਬਾਅਦ ਵਿੱਚ ਆਪਣੀ ਕਿਰਪਾ ਸਦਕਾ ਮੰਜੀ ਬਖਸ਼ ਕੇ ਉਹਦਾ ਜੰਮਣ ਮਰਨ ਤੋਂ ਮੁਕਤ ਕਰਕੇ ਉਹਦਾ ਜੀਵਨ ਸਫਲ ਕਰ ਦਿੱਤਾ। ਇੱਥੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਪਿਆਰ, ਜਿਹਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾਇਆ ਉਹ ਜਿਉਂਦਾ ਨਹੀਂ, ਸੱਚ ਜਾਣੋ ਉਹ ਦੁਨਿਆਵੀ ਤੌਰ ਤੇ ਮਾਇਆ ਮਮਤਾ ਵਿੱਚ ਪੈ ਕੇ ਆਤਮਿਕ ਤੌਰ ਤੇ ਮਰ ਜਾਂਦਾ ਹੈ। ਜਿਨੀ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਨੀ ਪਾਸ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਜਿਨੀ ਗੁਰਮੁਖ ਨਾਮ ਨਾ ਚੇਤਿਓ, ਗੁਰੂ ਵੱਲ ਮੁਖ ਕਰਕੇ ਨਾਮ ਚੇਤੇ ਨਹੀਂ ਕਰਦਾ, ਸੇ ਬਹਿਣ ਨਾ ਮਿਲਨੀ ਪਾਸ, ਉਹ ਕਦੀ ਪ੍ਰਭੂ ਦੇ ਦਰ ਨੇੜੇ ਹੋ ਕੇ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ, ਉਹਨੂੰ ਪਰਮਾਤਮਾ ਦੇ ਦਰ ਥਾਂ ਨਹੀਂ ਮਿਲਦੀ। ਤੇ ਮੈਂ ਬੇਨਤੀ ਤੁਹਾਨੂੰ ਕਰਾਂ, ਵੇਖੋ ਦਸਮ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਸਾਬੋ ਕੀ ਤਲਵੰਡੀ ਕਿਰਪਾ ਮਹਾਰਾਜ ਨੇ ਕੀਤੀ। ਉੱਥੇ ਭਾਈ ਡੱਲਾ ਸੀ ਨਾ, ਮਹਾਰਾਜ ਦੇ ਚਰਨਾਂ ਵਿੱਚ ਆਇਆ, ਭਾਵੇਂ ਪਹਿਲਾਂ ਚੌਧਰੀ ਸੀ, ਮਨਮੁਖ ਵੀ ਸੀ, ਗੁਰੂ ਦੀ ਸੰਗਤ ਕੀਤੀ, ਨਾਮ ਬਾਣੀ ਨਾਲ ਜੁੜਿਆ। ਤੇ ਜਿਸ ਦਿਨ ਮਹਾਰਾਜ ਤੁਰਨ ਲੱਗੇ ਨਾ ਦਮਦਮਾ ਸਾਹਿਬ ਤੋਂ ਅਗਾਂਹ ਨੂੰ ਹਜੂਰ ਨਾਂਦੇੜ ਸਾਹਿਬ ਨੂੰ ਜਾਂਦੇ ਆ, ਤੇ ਉਹਨੇ ਹੱਥ ਜੋੜ ਕੇ ਕਿਹਾ ਸੀ, ਮਹਾਰਾਜ ਕਿਰਪਾ ਕਰੋ ਮੈਨੂੰ ਪ੍ਰਭੂ ਦੇ ਦਰ ਰੱਬੀ ਦਰਗਾਹ ਵਿੱਚ ਪੀੜੀ ਜਿੰਨੀ ਜਗ੍ਹਾ ਬਖਸ਼ ਦਿਓ। ਗੁਰੂ ਕਲਗੀਧਰ ਜੀ ਨੇ ਬਚਨ ਕਿਹਾ ਸੀ, ਕਹਿਣ ਲੱਗੇ ਭਾਈ ਡੱਲਾ ਜੀ ਗੁਰੂ ਨਾਨਕ ਦੇ ਦਰ ਦੀ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਨਾਮ ਵਿੱਚ ਸੁਰਤ ਜੋੜ ਕੇ ਰੱਖੀ, ਤੂੰ ਪੀੜੀ ਦੀ ਗੱਲ ਛੱਡ, ਭਾਵੇਂ ਉੱਥੇ ਮੰਜਾ ਡਾਲਵੀਂ। ਗੁਰੂ ਦੇ ਕਹਿਣ ਦਾ ਭਾਵ ਇਹ ਸੀ, ਰੱਬ ਦੇ ਦਰ ਤੇ ਥਾਂ ਉਹਨਾਂ ਨੂੰ ਮਿਲਦੀ ਆ ਜਿਹੜੇ ਪਰਮੇਸ਼ਵਰ ਦੇ ਨਾਮ ਵਿੱਚ ਸੁਰਤ ਜੋੜਦੇ ਆ। ਆਪਾਂ ਜਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ। ਹੁਣ ਪੰਜ ਦਾ ਅਰਥ ਗੁਰਮੁਖ ਜਨ, ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ। ਕਹਿਣ ਲੱਗੇ ਪੰਜ ਜਨ ਪ੍ਰਵਾਨ ਨੇ, ਪ੍ਰਧਾਨ ਨੇ, ਉਹਨਾਂ ਨੂੰ ਰੱਬੀ ਦਰਗਾਹ ਵਿੱਚ ਮਾਣ ਮਿਲਦਾ ਹੈ। ਪੰਚੇ ਸੋਹੇ ਦਰ ਰਾਜਾਨ, ਕਿਉਂ ਮਿਲਦਾ? ਕਿਉਂਕਿ ਪੰਚਾਂ ਕਾ ਗੁਰ ਏਕ, ਧਿਆਨ ਉਹਨਾਂ ਦਾ ਧਿਆਨ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬਚਨ ਆਪ ਜੀ ਨਿਤ ਪੜ੍ਹਦੇ ਹੋ। ਮਹਾਰਾਜ ਨੇ ਕਿਹਾ ਸੀ, ਤੂੰ 4 ਗੱਲਾਂ ਧਿਆਨ ਵਿੱਚ ਕਰ ਲਵੀਂ, ਰੱਬ ਦੇ ਦਰ ਤੈਨੂੰ ਪ੍ਰਮਾਤਮਾ ਦੇ ਦਰ ਥਾਂ ਮਿਲੇਗੀ। ਉਹ ਬਚਨ ਵਰਤੇ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਅੰਤਰ ਆਤਮੇ ਗੁਰੂ ਨੂੰ ਚੇਤਾ ਕਰਨਾ, ਰਸਨਾ ਤੋਂ ਜਪਣਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਨੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਤੈਨੂੰ ਰੱਬ ਦੇ ਦਰ ਥਾਂ ਮਿਲੇਗੀ ਜਦੋਂ ਅੰਤਰ ਆਤਮੇ ਗੁਰੂ ਨੂੰ ਚੇਤੇ ਕਰੇਗਾ, ਕੰਨਾਂ ਨਾਲ ਨਾਮ ਸੁਨੇਗਾ, ਰਸਨਾ ਨਾਲ ਜਪੇਗਾ, ਨੇਤਰਾਂ ਨਾਲ ਗੁਰੂ ਦਾ ਦੀਦਾਰ ਕਰੇਗਾ। ਇੱਥੇ ਬਚਨ ਵਰਤਿਆ, ਕਹਿਣ ਲੱਗੇ ਭਾਈ ਜਿਨ੍ਹਾਂ ਨੇ ਨਾਮ ਚੇਤੇ ਨਹੀਂ ਕੀਤਾ, ਉਹਨੂੰ ਪਰਮੇਸ਼ਵਰ ਦੇ ਦਰ ਪਰਮਾਤਮਾ ਪ੍ਰਭੂ ਦੇ ਨੇੜਤਾ ਨਹੀਂ ਮਿਲਦੀ ਹੈ। ਦੁੱਖ ਲਾਗਾ ਬਹੁ ਅਤ ਕਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਨਾਮ ਤੋਂ ਟੁੱਟ ਕੇ ਹਜ਼ੂਰ ਨੇ ਬਚਨ ਵਰਤੇ, ਕਹਿਣ ਲੱਗੇ ਉਹਨੂੰ ਬਹੁਤਾ ਦੁੱਖ ਪਾਉਂਦਾ ਹੈ ਜਦੋਂ ਕੋਈ ਪਰਮੇਸ਼ਵਰ ਦੇ ਨਾਮ ਨੂੰ ਭੁੱਲਦਾ ਹੈ। ਦੁੱਖ ਲਾਗਾ ਬਹੁ ਅਤ ਕਣਾ,
ਫਿਰ ਪੁੱਤ ਕਲਤ ਨਾ ਸਾਥ ਕੋਈ ਜਾਸ, ਪਰ ਜਿਨ੍ਹਾਂ ਵਿੱਚ ਖਚਤ ਹੋ ਗਿਆ, ਪੁੱਤਰ ਧੀਆਂ ਵਿੱਚ, ਘਰ ਵਾਲੀ ਵਿੱਚ, ਪਰਿਵਾਰ ਵਿੱਚ, ਸਤਿਗੁਰੂ ਕਹਿਣ ਲੱਗੇ ਇਹਨਾਂ ਵਿੱਚੋਂ ਇੱਕ ਵੀ ਉਹਦੇ ਨਾਲ ਨਹੀਂ ਨਿਭਦਾ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਮਹਾਰਾਜ ਨੇ ਕਿਹਾ ਨਾ ਇੱਕ ਬਚਨ, ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਕਹਿਣ ਲੱਗੇ ਕਿਹੜਾ ਮਾਂ, ਕਿਹੜੀ ਬਾਪ, ਪੁੱਤਰ ਧੀ, ਘਰ ਵਾਲੀ, ਘਰ ਵਾਲਾ। ਸੱਚ ਇਹ ਹੈ ਘਟ ਫੂਟੇ ਕੂ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਸਰੀਰ ਰੂਪੀ ਕੜਾ ਫੁੱਟ ਗਿਆ, ਕੋਈ ਰੱਖਣ ਦੀ ਗੱਲ ਨਹੀਂ ਕਰਦਾ। ਤਾਂ ਹੀ ਗੁਰੂ ਅਮਰਦਾਸ ਮਹਾਰਾਜ ਰੋਜ਼ਾਨਾ ਸਮਝਾਉਂਦੇ ਆ। ਮੈਂ ਇੱਕ ਬੇਨਤੀ ਆਪ ਜੀ ਨੂੰ ਕਰਾਂ, ਗੁਰੂ ਨਾਨਕ ਦੇ ਸਾਹਿਬ ਦੇ ਦਰ ਤੇ ਇਹ ਨਹੀਂ ਕਿਹਾ ਵੀ ਪਰਿਵਾਰ ਤਿਆਗ ਦਿਓ, ਜਿਵੇਂ ਕੁਝ ਧਰਮਾਂ ਨੇ ਕਿਹਾ ਪਰਿਵਾਰ ਛੱਡ ਦਿਓ, ਗ੍ਰਸਤੀ ਜੀਵਨ ਧਾਰਨ ਕਰੋ, ਜੰਗਲਾਂ ਨੂੰ ਚਲੇ ਜਾਓ। ਸਤਿਗੁਰੂ ਨੇ ਐਸਾ ਨਹੀਂ ਕਿਹਾ, ਪਰ ਗੁਰੂ ਨੇ ਇਹ ਜ਼ਰੂਰ ਕਿਹਾ ਵੀ ਤੂੰ ਪਰਿਵਾਰ ਵਿੱਚ ਰਹਿ ਕੇ ਇੰਨਾ ਖਚਤ ਨਾ ਹੋਵੀਂ ਕਿ ਸੁਰਤ ਤੇਰੀ ਨਿਰੰਕਾਰ ਦੇ ਚਰਨਾਂ ਵਿੱਚ ਟੁੱਟ ਜਾਏ। ਵੇਖੋ ਗੁਰਮਤਿ ਦਾ ਜੋ ਸਿਧਾਂਤ ਹੈ ਉਹ ਇਹ ਵੀ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਮਾਰੇ ਕਹਿਣ ਲੱਗੇ ਪਰਿਵਾਰ ਵਿੱਚ ਰਹਿ, ਪਰ ਆਪਣੀ ਸੁਰਤ ਨਿਰੰਕਾਰ ਦੇ ਚਰਨਾਂ ਵਿੱਚ ਰੱਖੀ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਰੋਜ਼ਾਨਾ ਕਹਿੰਦੇ ਆ। ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਇਹ ਕੁਟੰਬ ਪਰਿਵਾਰ ਤੂੰ ਦੇਖਣਾ, ਇਹਨੇ ਨਾਲ ਨਹੀਂ ਜਾਣਾ। ਤੂੰ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਸੰਭਾਲਿਆ ਕਰ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਜਦੋਂ ਪਤਾ ਇਹਨੇ ਨਿਭਣਾ ਕੋਈ ਨਹੀਂ ਤੇ ਫਿਰ ਤੂੰ ਚਿੱਤ ਕਿਉਂ ਲਾਉਣਾ। ਗੁਰੂ ਪਾਲਣ ਪ੍ਰਤੀ ਨਹੀਂ ਕਹਿੰਦਾ, ਗੁਰੂ ਕਹਿੰਦਾ ਪਰਿਵਾਰ ਵਿੱਚ ਰਹਿ, ਪਰ ਗੁਰੂ ਕਹਿੰਦੇ ਚਿੱਤ ਲਾ ਕੇ ਤੂੰ ਪਰਿਵਾਰ ਖਾਤਰ ਧੋਖਾ ਧੜੀਆਂ ਠਗੀਆਂ ਠੋਰੀਆਂ ਨਾ ਕਰੀ। ਜਦ ਇਹ ਨਾ ਹੋਵੇ ਸਾਰਾ ਜੀਵਨ ਪਰਿਵਾਰ ਲਈ ਤੇ 24 ਘੰਟੇ ਜਾਗ ਜਾਏ, ਸਾਰਾ ਦਿਨ ਰਾਤ ਧੰਦਾ ਕਰਦਾ ਰਹੇ, ਪਰ ਧਰਮ ਲਈ ਤੂੰ 10 ਮਿੰਟ ਕੱਢਣ ਨੂੰ ਤਿਆਰ ਨਾ ਹੋਵੇ। ਇਹ ਕੰਮ ਨਾ ਕਰੀ। ਗੁਰੂ ਕਹਿੰਦੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਹ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਗੁਰੂ ਕਹਿੰਦਾ ਪਰਿਵਾਰ ਖਾਤਰ ਕਈ ਵਾਰੀ ਇਹੋ ਜਿਹਾ ਭੁੱਲ ਕੇ ਕਰਮ ਨਾ ਕਰੀ, ਪਰਤ ਕੇ ਤੈਨੂੰ ਪਛਤਾਉਣਾ ਪੈ ਜਾਏ। ਕਿਉਂਕਿ ਮਨੁੱਖ ਦਾ ਸੁਭਾਅ ਹੈ ਕਈ ਵਾਰੀ ਗੁਰੂ ਆਖਦੇ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ। ਇੱਕ ਪਾਸੇ ਠਗੀਆਂ ਮਾਰਦਾ ਲੁੱਟਦਾ, ਗੁਰੂ ਕਹਿੰਦੇ ਦੂਸਰੇ ਪਾਸੇ ਲੁਟਾਉਂਦਾ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ऐसा का मूले ना कीचै जित अंत पछोताईऐ। सतगुरु का उपदेश सुन तू होवे तेरे नाले। तू गुरु का उपदेश सुन तेरे नाल निवेगा। कह नानक मन प्यारे तू सदा सच संभाले मना। तू परमेश्वर दे नाम नू संभालिया कर। इत्थे सतगुरु ने बचन भरते भाई कह लगे ये गल चेता रखो, पुत्र धीआं विचों परिवार विचों साख संबंधियां विचों कोई निभदा नहीं। नाम नू भुला के बहुता दुख लगता है। भगत कबीर साहब का एक सलोक आउंदा है, बड़ा कीमती सलोक है। महाराज कहंदे आ कबीर हर का सिमरन छाड़ के पालियो बहुत कुटुंब। परमेश्वर हरि दे नाम नू छड्डिया परिवार तू बड़ा पालिया। कबीर हर का सिमरन छाड़ के पालियो बहुत कुटुंब। धंधा करतियां रह गया, धंधे विच इन्ना गलतान होया, धर्म पिछे रह गया। धंधा करता रह गया, भाई रहा ना बंद। पर जिन्ना ली धंधा कीता उन्हां विचों एक भी नाल नहीं निभया। यही वचन गुरु अमरदास जी कह रहे ने। कह लगे भाई परमेश्वर दे नाम नू भुला के बहुता दुख लगदा है। पुत्र धीआं इस्त्री परिवार विचों कोई नाल नहीं निभदा है। लोकां विच मोह काला होआ, अंदर उबे सास। गुरु तो टुट के मनमुख बंदे दा मुंह लोकां विच भी काला हुंदा है, अंदर उबे सास। ते फिर वो बहुते औखे साह मानो लैंदा है। जदों लोग उहनूं दुरकार के भैड़े शब्दां नाल बोलदे आ, ये बंदा क्रोधी है, कामी है, लोभी है। जदों लोग इहो जिहे शब्द वरतदे आ,
ਸਤਿਗੁਰੂ ਕਹਿਣ ਲੱਗੇ ਉਹਦਾ ਮੂੰਹ ਕਾਲਾ ਹੁੰਦਾ ਹੈ, ਫਿਰ ਆਪਣੇ ਆਪ ਹੀ ਉਹ ਮਾਨੋ ਔਖੇ ਸਾਹ ਲੈਂਦਾ ਹੈ। ਮਨ ਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਸਤਿਗੁਰੂ ਕਹਿਣ ਲੱਗੇ ਮਨਮੁਖ ਪੁਰਖ ਤੇ ਕੋਈ ਭਰੋਸਾ ਵੀ ਨਹੀਂ ਕਰਦਾ, ਉਹਦੇ ਤੇ ਕਿਸੇ ਦਾ ਵਿਸ਼ਵਾਸ ਨਹੀਂ, ਕਿਉਂਕਿ ਉਹ ਗੁਰੂ ਤੋਂ ਟੁੱਟਿਆ ਹੈ, ਧਰਮ ਤੋਂ ਟੁੱਟਿਆ ਹੈ। ਧਰਮ ਤੋਂ ਟੁੱਟੇ ਪੁਰਖ ਤੇ ਕੋਈ ਭਰੋਸਾ ਤਾਂ ਨਹੀਂ ਕਰਦਾ, ਕਿਉਂਕਿ ਉਹਦਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਉਹਨੇ ਧੋਖਾ ਦੇ ਦੇਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਕਹਿਣ ਲੱਗੇ ਮਨਮੁਖ ਤੇ ਫਿਰ ਕੋਈ ਭਰੋਸਾ ਵੀ ਨਹੀਂ ਕਰਦਾ, ਉਹਦਾ ਵਿਸ਼ਵਾਸ ਵੀ ਉੱਠ ਜਾਂਦਾ ਹੈ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਸਤਿਗੁਰੂ ਕਹਿਣ ਲੱਗੇ ਉਹਨਾਂ ਦੇ ਮੁਖ ਉਜਲੇ ਨੇ, ਸੁਖ ਉਹਨਾਂ ਨੂੰ ਸੁਖ ਮਿਲਦਾ ਬਹੁਤਾ, ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਅੰਤਰ ਆਤਮੇ ਪਰਮੇਸ਼ਵਰ ਦਾ ਨਾਮ ਦਾ ਨਿਵਾਸਾ ਹੈ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਸੁਖ ਨਾਹੀ ਬਹੁਤੈ ਧਨ ਖਾਟੇ, ਕੱਲਾ ਧਨ ਖਟਿਆ ਸੁਖ ਨਹੀਂ। ਸੁਖ ਨਾਹੀ ਪੇਖੇ ਨਿਰਤ ਨਾਟੇ, ਦੁਨਿਆਵੀ ਨਾਟਕ ਚੇਚਕ ਵੇਖ ਕੇ ਸੁਖ ਨਹੀਂ। ਸੁਖ ਨਾਹੀ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਦੇਸ਼ਾਂਤਰਾਂ ਤੇ ਰਾਜ ਭਾਗ ਕਾਇਮ ਕਰਨ ਨਾਲ ਸੁਖ ਨਹੀਂ। ਮਹਾਰਾਜ ਫਿਰ ਸੁਖ ਕਿੱਥੋਂ ਮਿਲਦਾ? ਕਹਿਣ ਲੱਗੇ ਸਰਬ ਸੁਖਾ ਹਰ ਹਰ ਗੁਣ ਗਾਏ, ਪਰਮੇਸ਼ਵਰ ਦੇ ਗੁਣ ਗਾ ਕੇ ਸੁਖ ਮਿਲਦਾ ਹੈ। ਇੱਥੇ ਬਚਨ ਵਰਤਿਆ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਦਾ ਮੁਖ ਗੁਰੂ ਵਾਲੇ ਪਾਸੇ ਹੈ ਉਹਨਾਂ ਨੂੰ ਬਹੁਤਾ ਸੁਖ ਮਿਲਦਾ ਹੈ। ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਨਿਵਾਸਾ ਹੈ। ਮਹਲਾ ਤੀਜਾ, ਸੇ ਸੈਣ ਸੇ ਸਜਣਾ, ਜੇ ਗੁਰਮੁਖ ਮਿਲੈ ਸੁਭਾਏ। ਗੁਰੂ ਅਮਰਦਾਸ ਜੀ ਕਹਿਣ ਲੱਗੇ ਸਾਡੇ ਉਹ ਸੱਜਣ ਨੇ, ਉਹ ਸੈਨ ਨੇ, ਮਿੱਤਰ ਨੇ, ਭਲੇ ਪੁਰਖ ਨੇ, ਜਿਨ੍ਹਾਂ ਨੇ ਗੁਰੂ ਵੱਲ ਮੁਖ ਕਰਕੇ ਆਪਣਾ ਪਰਮਾਤਮਾ ਨਾਲ ਮਿਲਾਪ ਕਰਵਾ ਲਿਆ। ਗੁਰੂ ਨੇ ਉਹਨਾਂ ਤੇ ਰੱਬੀ ਬਖਸ਼ਿਸ਼ਾਂ ਵੀ ਵਰਤਾਈਆਂ। ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਵੇਖੋ। ਇਤਿਹਾਸ ਵਿੱਚ ਜ਼ਿਕਰ ਹੈ, ਹਜੂਰ ਸਿਆਲਕੋਟ ਗਏ। ਸਿਆਲਕੋਟ ਦੀ ਧਰਤੀ ਤੇ ਜਦੋਂ ਹਜੂਰ ਗਏ, ਉੱਥੇ ਇੱਕ ਲਾਗੇ ਪਿੰਡ ਹੈ ਗਲੋਟੀਆਂ ਖੁਰਦ। ਗਲੋਟੀਆਂ ਖੁਰਦ ਦੀ ਧਰਤੀ ਤੇ ਇੱਕ ਬਹੁਤ ਭਾਵਨਾ ਵਾਲਾ, ਪਿਆਰ ਵਾਲਾ ਭਾਈ ਨੰਦ ਲਾਲਪੁਰੀ ਸ਼ਰਧਾਲੂ ਸਿੱਖ ਹੈ। ਉਹਨੂੰ ਪਤਾ ਲੱਗਿਆ ਹਜੂਰ ਗੁਰੂ ਹਰਿਰਾਏ ਸਾਹਿਬ ਆਏ ਨੇ। ਉਹ ਸਤਿਗੁਰੂ ਨੂੰ ਅੱਗੇ ਹੋ ਕੇ ਮਿਲਦਾ ਹੈ, ਨਮਸਕਾਰ ਕਰਦਾ ਹੈ, ਹੱਥ ਜੋੜ ਬੇਨਤੀ ਆਖਦਾ, ਕਹਿਣ ਲੱਗਿਆ ਸਤਿਗੁਰੂ ਕਿਰਪਾ ਕਰਕੇ ਮੇਰੇ ਘਰ ਆਪਣੇ ਮੁਬਾਰਕ ਚਰਨ ਪਾ ਦਿਓ। ਹਜੂਰ ਨੇ ਉਹਦੀ ਭਾਵਨਾ ਵੇਖ ਕੇ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਿਆਲਕੋਟ ਤੋਂ ਗਲੋਟੀਆਂ ਖੁਰਦ ਉਹਦੇ ਪਿੰਡ ਵਿੱਚ ਉਹਦੇ ਘਰ ਆਏ। ਬੇਅੰਤ ਸੇਵਾ ਉਹਨੇ ਭਾਵਨਾ ਨਾਲ ਕੀਤੀ। ਗੁਰੂ ਕੇ ਪਾਵਨ ਬਚਨ ਵੀ ਸੁਨੇ, ਸੰਗਤਾਂ ਨੇ ਰੱਬੀ ਉਪਦੇਸ਼ ਲਿਆ। ਹਜੂਰ ਨੇ ਨਾਮਦਾਨ ਦੀ ਦਾਤ ਬਖਸ਼ਿਸ਼ ਕੀਤੀ। ਜਦੋਂ ਹਜੂਰ ਤੁਰਨ ਲੱਗੇ ਨਾ, ਗੁਰੂ ਹਰਿਰਾਏ ਸਾਹਿਬ ਮਹਾਰਾਜ, ਭਾਈ ਨੰਦ ਲਾਲਪੁਰੀ ਨੇ ਹੱਥ ਜੋੜ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਬਚਨ ਕਰਕੇ ਜਾਓ। ਹਜੂਰ ਨੂੰ ਕਹਿਣ ਲੱਗਿਆ ਕਿਰਪਾ ਕਰੋ, ਮੈਨੂੰ ਬਚਨ ਕਰਕੇ ਜਾਓ, ਮੇਰੇ ਘਰ ਵਿੱਚ ਰਹਿੰਦੀ ਦੁਨੀਆ ਤੱਕ ਪੀੜੀ ਦਰ ਪੀੜੀ ਮੇਰੇ ਪਰਿਵਾਰ ਵਿੱਚ ਗੁਰੂ ਨਾਨਕ ਦੇ ਦਰ ਦੀ ਸਿੱਖੀ ਰਹੇ। ਸਿੱਖ ਨੂੰ ਇਹ ਮੰਗ ਮੰਗਣੀ ਚਾਹੀਦੀ ਹੈ। ਬੇਅੰਤ ਮੰਗਾ ਸਿੱਖ ਮੰਗਦਾ ਹੈ ਆਪਣੇ ਪਰਿਵਾਰ ਕਾਰੋਬਾਰ ਲਈ। ਸਭ ਤੋਂ ਜਿਹੜੀ ਚੰਗੀ ਮੰਗ ਹੈ ਉਹ ਇਹ ਮੰਗਣੀ ਚਾਹੀਦੀ ਹੈ ਵੀ ਸਤਿਗੁਰੂ ਮੇਰੇ ਪਰਿਵਾਰ ਵਿੱਚ ਗੁਰਸਿੱਖੀ ਆ ਜਾਏ, ਮੇਰਾ ਪਰਿਵਾਰ ਅੰਮ੍ਰਿਤ ਵੇਲਾ ਸਾਂਭੇ, ਮੇਰੇ ਪਰਿਵਾਰ ਵਿੱਚ ਨਿਤਨੇਮ ਆ ਜਾਏ, ਅਸੀਂ ਅੰਮ੍ਰਿਤ ਵੇਲਾ ਸਾਂਭ ਕੇ ਅੰਮ੍ਰਿਤ ਬਾਣੀ ਨਾਲ ਜੁੜ ਕੇ ਅੰਮ੍ਰਿਤ ਦੀ ਦਾਤ ਲੈ ਕੇ ਆਪਣੀ ਜ਼ਿੰਦਗੀ ਅੰਮ੍ਰਿਤ ਵਰਗੀ ਬਣਾ ਲਈਏ। ਉਹਨੇ ਬੇਨਤੀ ਕੀਤੀ, ਮਹਾਰਾਜ ਬਚਨ ਕਰੋ। ਗੁਰੂ ਹਰਿਰਾਏ ਸਾਹਿਬ ਨੇ 3 ਬਚਨ ਆਖੇ ਸਨ। ਪਹਿਲਾ ਬਚਨ ਆਖਿਆ, ਕਹਿਣ ਲੱਗੇ ਭਾਈ ਨੰਦ ਲਾਲਪੁਰੀ ਆਪਣੇ ਪਰਿਵਾਰ ਨੂੰ ਸਮਝਾ ਦੇਈਂ ਚੰਗੀ ਤਰ੍ਹਾਂ। ਪਹਿਲੀ ਗੱਲ, ਕਦੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕੇਸ ਨਹੀਂ ਕੱਟਣੇ। ਮੈਂ ਹੱਥ ਜੋੜ ਬੇਨਤੀ ਕਰਾਂ, ਕੇਸ ਰੱਖਣ ਦੀ ਲੋੜ ਨਹੀਂ, ਕੇਵਲ ਕੱਟੋ ਨਾ, ਰੱਖੇ ਤੇ ਪਰਮਾਤਮਾ ਨਹੀਂ ਹੋਏ ਨੇ। ਇਹ ਗੱਲ ਧਿਆਨ ਚ ਰੱਖੋ।
ਕਈ ਵਾਰੀ ਅਸੀਂ ਸ਼ਬਦ ਵਰਤਨੇ ਹੈ ਵੀ ਭਾਈ ਤੂੰ ਕੇਸ ਰੱਖ ਲੈ, ਰੱਖਣ ਦੀ ਲੋੜ ਨਹੀਂ, ਰੱਖੇ ਤੇ ਪ੍ਰਮਾਤਮਾ ਨੇ ਆਪੇ ਕਿਰਪਾ ਕਰਕੇ ਕੇਵਲ ਇਹਨੂੰ ਕੱਟੋ ਨਾ। ਸਤਿਗੁਰੂ ਨੇ ਬਚਨ ਆਖਿਆ, ਕਹਿਣ ਲੱਗੇ ਕੇਸ ਨਹੀਂ ਕੱਟਣੇ। ਦੂਜਾ ਬਚਨ ਆਖਿਆ, ਕਹਿਣ ਲੱਗੇ ਆਪਣੇ ਘਰ ਵਿੱਚ ਕਦੀ ਤਮਾਕੂ ਨਸ਼ਾ ਨਹੀਂ ਵਰਤਣਾ, ਕਦੀ ਵੀ ਆਪਣੇ ਘਰ ਵਿੱਚ ਤਮਾਕੂ ਨਸ਼ਾ ਆਦਿਕ ਨਹੀਂ ਲੈ ਕੇ ਆਉਣਾ। ਤੀਜਾ ਬਚਨ ਵਰਤਿਆ, ਕਦੀ ਟੋਪੀ ਧਾਰਨ ਨਹੀਂ ਕਰਨੀ ਤੇ ਅੰਮ੍ਰਿਤ ਬਾਣੀ ਦਾ ਪੱਲਾ ਪਕੜ ਕੇ ਰੱਖਿਓ, ਤੁਹਾਡੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਰਹੇਗੀ। ਅੱਜ ਵੀ ਅਸੀਂ ਇਹ ਤਿੰਨ ਬਚਨਾਂ ਨੂੰ ਕਮਾਈਏ, ਅੱਜ ਵੀ ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਜਾਏਗੀ। ਅੱਜ ਅਸੀਂ ਕਲਪੇ ਹੋਏ ਐ ਵੀ ਸਾਡੇ ਪਰਿਵਾਰਾਂ ਵਿੱਚ ਬੱਚੇ ਨੌਜਵਾਨ ਉਹ ਨਸ਼ਿਆਂ ਵਿਸ਼ਿਆਂ ਦੇ ਰਾਹ ਤੁਰ ਪਏ। ਗੁਰੂ ਕਾ ਜੇ ਅੱਜ ਵੀ ਬਚਨ ਕਮਾਈਏ, ਤੇਰਾ ਗੁਰੂ ਇਹ ਬਚਨ ਆਖਦਾ ਸੀ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਜੇ ਗੁਰੂ ਦਾ ਉਪਦੇਸ਼ ਅੱਜ ਵੀ ਕਮਾਈਏ, ਅੰਮ੍ਰਿਤ ਬਾਣੀ ਦਾ ਪੱਲਾ ਪਕੜੀਏ, ਕੇਸਾਂ ਦੀ ਬੇਅਦਬੀ ਬੰਦ ਕਰ ਦਈਏ। ਕਦੀ ਗੁਰੂ ਕਲਗੀਧਰ ਮਹਾਰਾਜ ਨੇ ਭੰਗਾਣੀ ਦੇ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਦੇ 2 ਪੁੱਤ ਸ਼ਹੀਦ ਹੋਏ ਸਨ, 4 ਪੁੱਤ ਲੈ ਕੇ ਆਇਆ ਸੀ, ਉਹਨੂੰ ਕੇਸਾਂ ਸਮੇਤ ਕੰਘਾ ਬਖਸ਼ਿਆ ਸੀ। ਤੂੰ ਆਪਣੇ ਪੁੱਤ ਨਿਸ਼ਾਨੀ ਭੇਟ ਕੀਤੇ ਐ, ਮੈਂ ਤੈਨੂੰ ਆਪਣੇ ਨਿਸ਼ਾਨੀ ਗੁਰੂ ਕੀ ਮੋਹਰ ਭੇਟ ਕਰਨ ਲੱਗਿਆ, ਕੇਸ ਗੁਰੂ ਕੀ ਮੋਹਰ ਹੈ। ਕਦੀ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਤੇ ਉਤਰਵਾ ਲਿਆ, ਪਰ ਉਹਨਾਂ ਕੇਸਾਂ ਦੀ ਕਦੀ ਬੇਅਦਬੀ ਨਹੀਂ ਹੋਣ ਦਿੱਤੀ। ਹਜੂਰ ਪਾਤਸ਼ਾਹ ਮਹਾਰਾਜ ਨੇ ਇੱਥੇ ਵੀ ਬਚਨ ਵਰਤੇ, ਕਹਿਣ ਲੱਗੇ ਸਾਡੇ ਉਹ ਸੱਜਣ ਨੇ, ਉਹ ਭਲੇ ਪੁਰਖ ਨੇ ਜਿਹੜੇ ਗੁਰੂ ਵੱਲ ਮੁਖ ਕਰਕੇ ਸਤਿਗੁਰੂ ਦੇ ਨੇੜੇ ਹੁੰਦੇ ਹੈ। ਸਤਿਗੁਰ ਕਾ ਭਾਣਾ ਆਨੰਦਿਨ ਕਰਹਿ, ਸੇ ਸੱਚ ਰਹੇ ਸਮਾਏ। ਗੁਰੂ ਅਮਰਦਾਸ ਜੀ ਕਹਿਣ ਲੱਗੇ ਜਿਹੜੇ ਗੁਰੂ ਦੇ ਭਾਣੇ ਵਿੱਚ ਤੁਰਦੇ ਐ ਤੇ ਸੱਚ ਵਿੱਚ ਸਮਾ ਜਾਂਦੇ ਐ। ਸਿੱਖ ਹੈ ਹੀ ਉਹ, ਜੇ ਕੋਈ ਪੁੱਛੇ ਇੱਕ ਸ਼ਬਦ ਵਿੱਚ ਦੱਸ ਦਿਓ ਸਿੱਖ ਕੌਣ ਹੈ, ਤੇ ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਾਹਿਬ ਕਹਿਣ ਲੱਗੇ ਉਹ ਗੁਰੂ ਨਾਨਕ ਦੇ ਦਰ ਦਾ ਜਿਹੜਾ ਸਿੱਖ ਹੈ ਉਹ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਤੇ ਸੱਚ ਵਿੱਚ ਸਮਾ ਜਾਂਦਾ ਹੈ। ਦੂਜੈ ਭਾਈ ਲੱਗੇ ਸੱਜਣ ਨਾ ਆਖੀਐ, ਜੇ ਅਭਿਮਾਨ ਕਰਹਿ ਵੇਕਾਰ। ਜਿਹੜਾ ਗੁਰੂ ਤੋਂ ਟੁੱਟ ਕੇ ਮਾਇਕ ਤੌਰ ਤੇ ਵਿਸ਼ੇ ਬਕਾਰਾਂ ਦੀ ਜ਼ਿੰਦਗੀ ਵਿੱਚ ਪੈਂਦਾ ਹੈ, ਸਤਿਗੁਰੂ ਕਹਿਣ ਲੱਗੇ ਉਹ ਸਾਡਾ ਸੱਜਣ ਨਹੀਂ, ਉਹ ਮਿੱਤਰ ਨਹੀਂ। ਤੇ ਨਾਲ ਬਚਨ ਵਰਤੇ, ਜੇ ਅਭਿਮਾਨ ਕਰੇ ਬੇਕਾਰ, ਅਹੰਕਾਰ ਤੇ ਬੇਕਾਰ ਦੀ ਜ਼ਿੰਦਗੀ ਜਿਉਣ ਵਾਲਾ ਕਦੀ ਗੁਰੂ ਦੀ ਨੇੜਤਾ ਨਹੀਂ ਮਾਣ ਸਕਦਾ ਹੈ। ਮਨ ਮੁਖ ਆਪ ਸੁਆਰਥੀ, ਕਾਰਜ ਨਾ ਸਕੈ ਸਵਾਰ। ਸਤਿਗੁਰੂ ਕਹਿਣ ਲੱਗੇ ਜਿਹੜਾ ਮਨ ਪਿੱਛੇ ਤੁਰਨ ਵਾਲਾ ਹੈ ਨਾ ਮਨਮੁਖ, ਉਹ ਤੇ ਆਪ ਹੀ ਇੰਨਾ ਸਵਾਰਥੀ ਹੈ, ਉਹ ਆਪਣੇ ਪਿੱਛੇ ਤੁਰ ਕੇ ਆਪਣੇ ਕਾਰਜ ਸਵਾਰਨ ਪਿੱਛੇ ਤੁਰਦਾ ਹੈ। ਉਹ ਕਿਸੇ ਦਾ ਕੀ ਸਵਾਰੇਗਾ, ਉਹਨੂੰ ਤੇ ਆਪਣੀ ਕੋਈ ਗਿਆਤ ਨਹੀਂ, ਉਹ ਤੇ ਆਪ ਹੀ ਅਹੰਕਾਰ ਵਿੱਚ ਉਲਝਿਆ ਹੋਇਆ ਹੈ। ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਵਰਤਿਆ ਹੈ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਮਨਮੁਖ ਆਪ ਸਵਾਰਥੀ, ਮਨਮੁਖ ਬੰਦਾ ਇੰਨਾ ਸਵਾਰਥੀ ਹੁੰਦਾ ਹੈ, ਕਾਰਜ ਨਾ ਸਕੈ ਸਵਾਰ, ਉਹ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ। ਇਹ ਤੇ ਗੁਰਮੁਖੀ ਹੈ ਜਿਹਦੇ ਤੇ ਗੁਰੂ ਨੇ ਬਖਸ਼ਿਸ਼ ਵਰਤਾਈ ਹੈ। ਜਿੰਨਾ ਸਾਸ ਗਿਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ ਦੀ ਬਿਰਤੀ ਦਾ ਜਿਹੜਾ ਮਾਲਕ ਹੈ, ਇਹ ਤੇ ਉਹਦੀ ਬਿਰਤੀ ਹੈ। ਆਪ ਜਪੈ ਅਵਰੈ ਨਾਮ ਜਪਾਵੇ, ਉਹ ਆਪਣਾ ਵੀ ਗੁਰੂ ਦੀ ਟੇਕ ਲੈ ਕੇ ਭਲਾ ਕਰਦਾ ਹੈ, ਉਹ ਹੋਰਨਾਂ ਦਾ ਵੀ ਭਲਾ ਕਰਦਾ ਹੈ। ਨਾਨਕ ਪੂਰਬ ਲਿਖਿਆ ਕਮਾਵਣਾ, ਕੋਈ ਨਾ ਮੇਟਣ ਹਾਰ। ਗੁਰੂ ਅਮਰਦਾਸ ਜੀ ਨੇ ਫਿਰ ਬਚਨ ਵਰਤਿਆ, ਕਹਿਣ ਲੱਗੇ ਭਾਈ ਜੋ ਪੂਰਬਲੇ ਸਾਡੇ ਕੀਤੇ ਕਰਮ ਨੇ, ਸੰਸਕਾਰ ਬਣ ਗਏ ਨੇ, ਉਹ ਸਾਡਾ ਲੇਖਾ ਲਿਖਿਆ ਜਾ ਚੁੱਕਿਆ ਹੈ, ਉਹਨੂੰ ਕੋਈ ਮੇਟਣ ਵਾਲਾ ਨਹੀਂ, ਉਹਨੂੰ ਭੋਗਣਾ ਪੈਂਦਾ ਹੈ। ਪਰ ਬਾਣੀ ਵਿੱਚ ਇਹ ਵੀ ਜ਼ਿਕਰ ਹੈ, ਜਦੋਂ ਕੋਈ ਗੁਰੂ ਕੀ ਟੇਕ ਲੈਂਦਾ ਹੈ ਤੇ ਗੁਰੂ ਦਾ ਸੁਭਾਅ ਹੈ ਵੀ ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬੌੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ।
ਕਾਜੀ ਸਲਾਰ ਦੀਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਉਂਦਾ ਹੈ। ਉਹਨੇ ਇਹ ਸਵਾਲ ਕੀਤਾ ਸੀ, ਸਤਿਗੁਰੂ ਧਾਰਮਿਕ ਗ੍ਰੰਥਾਂ ਦਾ ਉਪਦੇਸ਼ ਹੈ, ਮੈਂ ਹਰ ਧਰਮ ਦਾ ਗ੍ਰੰਥ ਪੜ੍ਹਿਆ ਹੈ ਵੀ ਲਿਖਿਆ ਹੋਇਆ ਕਰਮ ਮਿਟਦਾ ਨਹੀਂ, ਜੇ ਮਿਟਦਾ ਹੀ ਨਹੀਂ ਫਿਰ ਗੁਰੂ ਕੋਲ ਆਉਣ ਦਾ ਕੀ ਲਾ ਹੈ, ਨਮਸਕਾਰ ਕਰਨ ਦਾ ਕੀ ਲਾ ਹੈ। ਹਜੂਰ ਨੇ ਮੋਹਰ ਮੰਗਾਈ, ਦਸਮ ਪਾਤਸ਼ਾਹ ਮਹਾਰਾਜ ਨੇ, ਤੇ ਕਾਜੀ ਨੂੰ ਆਖਿਆ, ਕਹਿਣ ਲੱਗੇ ਕਾਜੀ ਆ ਮੋਹਰ ਦੇ ਅੱਖਰ ਪੜ੍ਹ। ਮੋਹਰ ਦੇ ਅੱਖਰ ਉਲਟੇ ਹੁੰਦੇ ਐ, ਪੁੱਠੇ ਅੱਖਰ ਹੁੰਦੇ ਐ, ਉਹ ਤੋਂ ਪੜ੍ਹੇ ਨਾ ਗਏ। ਹਜੂਰ ਨੇ ਸਿਆਹੀ ਮੰਗਾ ਕੇ ਕਾਗਜ਼ ਤੇ ਜਦੋਂ ਮੋਹਰ ਲਾਈ, ਬਚਨ ਆਖਿਆ, ਕਹਿਣ ਲੱਗੇ ਕਾਜੀ ਹੁਣ ਇਹ ਅੱਖਰ ਪੜ੍ਹ। ਉਹਨੇ ਪੜ੍ਹ ਕੇ ਆਖਿਆ, ਸਤਿਗੁਰੂ ਤੇ ਗੁਰੂ ਨਾਨਕ ਦੇ ਦਰ ਦੀ ਮੋਹਰ ਹੈ, ਇਹ ਤੇ ਜਿਸ ਕਾਗਜ਼ ਤੇ ਲਿਖ ਦਿਓ, ਕੁਛ ਵੀ ਲਿਖ ਦਿਓ, ਕਾਰਜ ਸਵਰ ਜਾਣਗੇ। ਸਤਿਗੁਰੂ ਕਹਿਣ ਲੱਗੇ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕੀਤੇ ਕਰਮ ਭੋਗਣੇ ਪੈਂਦੇ ਐ, ਪਰ ਗੁਰੂ ਕੋਲ ਆਉਣ ਦਾ ਇਹ ਲਾ ਹੈ, ਜਿਵੇਂ ਮੋਹਰ ਦੇ ਅੱਖਰ ਪੁੱਠੇ ਨੇ, ਕਾਗਜ਼ ਤੇ ਲਾਇਆ ਸਿੱਧੇ ਹੁੰਦੇ ਐ, ਜਦੋਂ ਕੋਈ ਗੁਰੂ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਹੈ, ਗੁਰੂ ਉਹਦੇ ਪੁੱਠੇ ਲੇਖਾਂ ਨੂੰ ਸਿੱਧੀਆਂ ਕਰ ਦਿੰਦਾ ਹੈ। ਇਹ ਗੁਰੂ ਬਖਸ਼ਿਸ਼ ਵਰਤਾ ਦਿੰਦਾ ਹੈ। ਇਹ ਗੁਰੂ ਅਮਰਦਾਸ ਜੀ ਨੇ ਬਚਨ ਆਖੇ, ਕਹਿਣ ਲੱਗੇ ਉਵੇਂ ਗੁਰੂ ਤੋਂ ਟੁੱਟੇ ਹੋਏ ਨੂੰ ਆਪਣੇ ਕਰਮ ਜਿਹੜੇ ਸੰਸਕਾਰ ਬਣ ਚੁੱਕੇ ਐ ਉਹ ਭੋਗਣੇ ਪੈਂਦੇ ਹੈ। ਪੌੜੀ ਤੁਧ ਆਪੇ ਜਗਤ ਉਪਾਏ ਕੈ, ਆਪ ਖੇਲ ਰਚਾਇਆ। ਧੰਨ ਗੁਰੂ ਰਾਮਦਾਸ ਜੀ ਨੇ ਇਸ ਪੌੜੀ ਵਿੱਚ ਬਚਨ ਆਖੇ, ਕਹਿਣ ਲੱਗੇ ਹੇ ਪ੍ਰਮਾਤਮਾ, ਤੂੰ ਆਪ ਹੀ ਜਗਤ ਪੈਦਾ ਕਰਕੇ ਇਹ ਆਪ ਹੀ ਇੱਕ ਖੇਡ ਦੀ ਰਚਨਾ ਕੀਤੀ ਹੋਈ ਹੈ। ਸਾਰੀ ਜਿੰਨੀ ਇਹ ਰਚਨਾ ਜੋ ਕੁਛ ਆਪਾਂ ਦੇਖ ਰਹੇ ਹਾਂ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ, ਤਬ ਏਕੋ ਏਕੰਕਾਰਾ। ਇਹ ਇਉਂ ਮਾਨੋ ਉਹ ਬਾਜੀਗਰ ਪ੍ਰਮਾਤਮਾ ਨਹੀਂ, ਜਿਹੜਾ ਪ੍ਰਮਾਤਮਾ ਮਾਨੋ ਬਾਜੀਗਰ ਦੀ ਤਰ੍ਹਾਂ, ਜਿਵੇਂ ਬਾਜੀਗਰ ਪਿੰਡਾਂ 'ਚ ਆਉਂਦਾ ਸੀ, ਉਹਨੇ ਖੇਡ ਵਿਖਾਉਣੀ, ਆਉਂਦਾ ਸੀ ਕੱਲਾ, ਜਦੋਂ ਤਮਾਸ਼ਾ ਵਿਖਾਉਣਾ ਤੇ ਉਹਨੇ ਕਈ ਕੁਛ ਕਠਪੁਤਲੀਆਂ ਬਣਾ ਦੇਣੀਆਂ, ਜਦੋਂ ਤਮਾਸ਼ਾ ਸਮੇਟਣਾ ਫਿਰ ਕੱਲਾ ਰਹਿ ਜਾਣਾ। ਸਤਿਗੁਰੂ ਕਹਿਣ ਲੱਗੇ ਇਹ ਸਾਰਾ ਜਗਤ ਉਸੇ ਮਾਲਕ ਨੇ ਬਣਾਇਆ ਹੈ ਤੇ ਉਸੇ ਨੇ ਇਹ ਰਚਨਾ ਕਰਕੇ ਇੱਕ ਖੇਡ ਬਣਾਈ ਹੈ। ਤ੍ਰੈ ਗੁਣ ਆਪ ਸਿਰਜਿਆ, ਮਾਇਆ ਮੋਹ ਵਧਾਇਆ। ਗੁਰੂ ਰਾਮਦਾਸ ਜੀ ਕਹਿਣ ਲੱਗੇ ਉਸੇ ਮਾਲਕ ਨੇ ਮਾਇਆ ਦੇ 3 ਰੂਪ ਪੈਦਾ ਕਰ ਦਿੱਤੇ, ਉਸੇ ਮਾਲਕ ਨੇ ਮਨੁੱਖ ਦੇ ਅੰਦਰ ਮੋਹ ਮਮਤਾ ਨੂੰ ਵਧਾ ਦਿੱਤਾ। ਇਹ ਸਾਰਾ ਕੁਝ ਉਸੇ ਦੀ ਰਚਨਾ ਹੈ, ਪਰ ਗੁਰੂ ਦੀ ਟੇਕ ਲੈ ਕੇ ਇਹਦੇ ਵਿੱਚੋਂ ਨਿਕਲਣਾ ਹੈ। ਸਤਿਗੁਰੂ ਕਹਿਣ ਲੱਗੇ ਮਾਇਆ ਮੋਹ ਵਧਾਇਆ, ਮਾਇਆ ਦੇ 3 ਰੂਪ ਪੈਦਾ ਵੀ ਉਹਨੇ ਕੀਤੇ ਤੇ ਮਾਇਆ ਦਾ ਮੋਹ ਵਧਾਇਆ ਵੀ ਉਹਨੇ ਇਸ ਜਗਤ ਰਚਨਾ ਵਿੱਚ ਪਾਇਆ ਹੈ। ਵਿੱਚ ਹਉ ਮੈਂ ਲੇਖਾ ਮੰਗੀਐ, ਫਿਰ ਆਵੈ ਜਾਇਆ। ਜਦੋਂ ਗੁਰੂ ਤੋਂ ਕੋਈ ਟੁੱਟਿਆ ਹੋਵੇ ਫਿਰ ਉਹ ਇਸ ਮਾਇਆ ਦੇ ਮੋਹ ਵਿੱਚ ਪੈ ਕੇ ਅਹੰਕਾਰ ਭਰੇ ਕਰਮ ਕਰਦਾ ਹੈ। ਕੀਤੇ ਅਹੰਕਾਰਾਂ ਦਾ ਲੇਖਾ ਹੁੰਦਾ ਹੈ, ਲੇਖੇ ਵਿੱਚ ਉਹ ਸੁਰਖਰੂ ਨਹੀਂ ਹੁੰਦਾ ਤੇ ਸਤਿਗੁਰੂ ਕਹਿਣ ਲੱਗੇ ਫਿਰ ਆਵੈ ਜਾਇਆ, ਉਹ ਜੰਮਨ ਮਰਨ ਵਿੱਚ ਭਟਕ ਜਾਂਦਾ ਹੈ। ਕਿਉਂਕਿ ਉਹਨੂੰ ਪਹਿਲਾਂ ਸੰਸਾਰ ਜਗਤ ਜਿਹੜਾ ਤਮਾਸ਼ਾ ਹੈ ਨਾ, ਇਹਦੀ ਸਮਝ ਨਹੀਂ ਹੁੰਦੀ। ਗੁਰੂ ਕੋਲ ਆਈ ਦਾ ਕਿਉਂ ਹੈ? ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰੂ ਕੋਲ ਤਾਂ ਆਈਦਾ ਅਸੀਂ ਗੁਰੂ ਦੇ ਗਿਆਨ ਰੂਪੀ ਚਾਨਣ ਵਿੱਚ ਉਪਦੇਸ਼ ਲੈ ਕੇ ਹਨੇਰੇ ਵਿੱਚੋਂ ਟੱਕਰਾਂ ਮਾਰਨੀਆਂ ਬੰਦ ਕਰ ਦਈਏ। ਸਤਿਗੁਰੂ ਨੇ ਬਚਨ ਆਖਿਆ ਵਿੱਚ ਹਉਮੈ ਲੇਖਾ ਮੰਗੀ ਹੈ, ਜੀਵ ਅਹੰਕਾਰ ਭਰੇ ਕਰਮ ਕਰਦਾ ਫਿਰ ਲੇਖਾ ਹੁੰਦਾ ਹੈ, ਫਿਰ ਆਵੇ ਜਾਇਆ ਆਉਣ ਜਾਣ ਵਿੱਚ ਉਲਝ ਜਾਂਦਾ ਹੈ। ਜਿਨ੍ਹਾਂ ਹਰਿ ਆਪ ਕਿਰਪਾ ਕਰੇ, ਸੇ ਗੁਰ ਸਮਝਾਇਆ। ਗੁਰੂ ਰਾਮਦਾਸ ਜੀ ਕਹਿਣ ਲੱਗੇ ਜਿਨ੍ਹਾਂ ਤੇ ਉਹ ਆਪ ਕਿਰਪਾ ਕਰਦੇ, ਸੇ ਗੁਰ ਸਮਝਾਇਆ, ਉਹਨੂੰ ਗੁਰੂ ਸਮਝਾ ਦਿੰਦਾ, ਉਹਨੂੰ ਗੁਰੂ ਸਮਝਾਉਂਦਾ ਹੈ। ਉਤਰ ਇਹ ਜੀਵਨ ਕਾਹਦੇ ਲਈ ਮਿਲਿਆ, ਉਹਨੂੰ ਸਮਝਾਉਂਦਾ ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਉਹਨੂੰ ਸਮਝਾਉਂਦਾ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਉਹਨੂੰ ਗੁਰੂ ਸਮਝਾਉਂਦਾ ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਜਦੋਂ ਕੋਈ ਗੁਰੂ ਦੀ ਟੇਕ ਲੈਂਦਾ ਹੈ,
ਗੁਰੂ ਉਹਨੂੰ ਸਮਝਾ ਕੇ ਮਾਇਆ ਦੇ ਮੋਹ ਮਮਤਾ ਵਿੱਚੋਂ ਕੱਢ ਕੇ ਪਰਮੇਸ਼ਵਰ ਦੇ ਨਾਮ ਨਾਲ ਜੋੜਦਾ ਹੈ। ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ। ਅਖੀਰ ਤੇ ਸਤਿਗੁਰੂ ਕਹਿਣ ਲੱਗੇ, ਭਲਿਆ ਤੂੰ ਆਪਣੇ ਗੁਰੂ ਤੋਂ ਕੁਰਬਾਨ ਜਾ, ਬਾਰ ਨਹੀਂ ਜਾ, ਜਿਹਦੀ ਟੇਕ ਲਿਆ ਤੂੰ ਇਸ ਸੰਸਾਰ ਸਮੁੰਦਰ ਨੂੰ ਤਰ ਸਕਨੇ। ਬਾਣੀ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਜੋ ਹਾੜੀ ਸਦ ਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਤੂੰ ਗੁਰੂ ਤੋਂ ਕੁਰਬਾਨ ਜਾ, ਜਿਹੜਾ ਮਾਨੋ ਦੇਵਤਿਆਂ ਵਰਗਾ ਬਣਾ ਦਿੰਦਾ ਹੈ। ਗੁਰੂ ਤੋਂ ਬਿਨਾਂ ਤੇਰੇ ਜੀਵਨ ਵਿੱਚ ਅੰਧਕਾਰ ਨਹੀਂ ਮਿਟਦਾ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਦੋਂ ਕੋਈ ਗੁਰੂ ਦੀ ਟੇਕ ਲੈਂਦਾ ਹੈ, ਉਹਦਾ ਜੀਵਨ ਧਰਮ ਦੇ ਰਾਹ ਤੁਰ ਕੇ ਉਹਦਾ ਜੀਵਨ ਸੁਖਾਲਾ ਹੋ ਜਾਂਦਾ ਹੈ। ਫਿਰ ਸਤਿਗੁਰੂ ਨੇ ਬਚਨ ਇੱਥੇ ਅਖੀਰਲਾ ਬਚਨ ਵਰਤਿਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਬਾਰ ਆਪਣੇ ਗੁਰੂ ਤੋਂ ਕੁਰਬਾਨ ਜਾ, ਜਿਹਨੇ ਇੰਨਾ ਪਵਿੱਤਰ ਉਪਦੇਸ਼ ਤੈਨੂੰ ਦੇ ਕੇ ਤੇਰੇ ਜੀਵਨ ਨੂੰ ਸਵਾਰਿਆ। ਸਤਿਗੁਰੂ ਰਹਿਮਤ ਕਰੇ ਅਸੀਂ ਆਪਣੇ ਜੀਵਨ ਅੰਦਰ ਅੰਮ੍ਰਿਤ ਬਾਣੀ ਪੜ੍ਹੀਏ, ਅੰਮ੍ਰਿਤ ਬਾਣੀ ਨਾਲ ਜੁੜੀਏ, ਘਰਾਂ ਵਿੱਚ ਨਿਤਨੇਮ ਕਰੋ, ਬੱਚਿਆਂ ਪਰਿਵਾਰਾਂ ਨੂੰ ਨਿਤਨੇਮ ਬਾਣੀ ਵਾਲੇ ਪਾਸੇ ਲਾਓ, ਗੁਰ ਇਤਿਹਾਸ ਸ਼ਹੀਦਾਂ ਦੀਆਂ ਗਥਾਵਾਂ ਸੁਣਾਓ, ਤਾਂ ਜੋ ਕੱਲ ਸਾਡੀ ਕੌਮ ਦਾ ਭਵਿੱਖ ਹੈ ਜਿਹੜਾ ਉਹ ਉਜਲਾ ਹੋ ਸਕੇ, ਸਫਲ ਹੋ ਸਕੇ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ। ਬੇਅੰਤ ਭੁੱਲਾਂ ਬਾਣੀ ਦੀ ਵਿਚਾਰ ਕਰਦਿਆਂ ਹੋ ਗਈਆਂ ਨੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ੰਦ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਗ ਨੇ, ਬਖਸ਼ ਦੇਣ, ਅਗਾਂਹ ਤੋਂ ਸਮਤ ਬਖਸ਼ਣ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਭ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ। ਭੁੱਲ ਚੁੱਕ ਦੀ ਖਿਮਾ। ਅਖੀਰਲੀ ਪੰਕਤੀ ਪੜ੍ਹ ਕੇ ਫਤਿਹ। ਜਿਨ੍ਹਾਂ ਹਰ ਆਪ ਕਿਰਪਾ ਕਰੇ, ਸੇ ਗੁਰ ਸਮਝਾਇਆ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।